ਇਹ ਜਿਹੜਾ ਘੱਲੂਘਾਰਾ ਵਰਤਾਇਆ ਸੀ ਉਸ ਵੇਲੇ ਦੀ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਦੇ ਮੱਥੇ ਤੇ ਕਲੰਕ ਆ, ਉਹਨੂੰ ਵੀ ਆਪਣੀ ਜਾਨ ਗਵਾਉਣੀ ਪਈ ਇਸ ਦੇ ਵਿੱਚ। ਇਹ ਸਾਡਾ ਮੈਂ ਸਮਝਦਾ ਇੱਕ ਐਸਾ ਜ਼ਖਮ ਆ ਜਿਹੜਾ ਦੁਬਾਰਾ ਫਿਰ 6 ਜੂਨ ਨੂੰ ਹਰਾ ਹੋ ਜਾਂਦਾ ਹੈ ਔਰ ਲੱਖਾਂ ਹਜ਼ਾਰਾਂ ਸ਼ਰਧਾਲੂਆਂ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ, ਬਹੁਤ ਵੱਡਾ ਦਿਖਾਂਤ। ਔਰ ਜਿਹੜੇ ਸ਼ਰਧਾਲੂ ਦਰਸ਼ਨ ਕਰਨ ਆਏ ਗੋਲੀਆਂ ਬੰਬਾਂ ਨਾਲ ਉਡਾ ਦਿੱਤੇ ਗਏ। ਔਰ ਜਿਹੜੇ ਯੋਧਿਆਂ ਨੇ, ਚਾਹੇ ਉਹ ਸੰਤ ਜਰਨੈਲ ਸਿੰਘ ਖਾਲਸਾ, ਚਾਹੇ ਉਹਨਾਂ ਦੇ ਸਾਥੀ ਜਰਨਲ ਸਵੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਬਾਕੀ ਜਿਹੜੀ ਉਹਨਾਂ ਬਹਾਦਰੀ ਨਾਲ ਲੜਾਈ ਲੜੀ ਗੁਰਧਾਮਾਂ ਦੇ ਆਣ ਛਾਣ ਲਈ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਨਤਮਸਤਕ ਹਾਂ। ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਅਸਰ ਹੋਇਆ ਉਹ ਤੁਹਾਡੇ ਸਾਹਮਣੇ, ਉਹਦੀ ਸਿਆਸੀ ਜ਼ਮੀਨ ਪੈਰਾਂ ਥੱਲਿਓਂ ਖਿਸਕ ਚੁੱਕੀ ਆ, ਕੰਧਾਂ 'ਚ ਵੱਜਦਾ ਫਿਰ ਰਿਹਾ। ਮੈਨੂੰ ਨਹੀਂ ਲੱਗਦਾ ਕਿ ਉਹ ਬੰਦੀ ਸਿੰਘਾਂ ਵਾਸਤੇ ਸੁਹਿਰਦ ਆ। ਦਲਜੀਤ ਸਿੰਘ ਰਾਜਵਾੜਾ ਜੁੜ ਚੁੱਕੇ ਨੇ, ਗੱਲਬਾਤ ਕਰਦੇ ਜਾਣਦੇ ਹਾਂ। ਦਰਬਾਰ ਸਾਹਿਬ ਮੱਥਾ ਟੇਕਿਆ ਤੇ ਉਹਨਾਂ ਨੂੰ ਸਜਦਾ ਕਰਨ ਵਾਸਤੇ ਆਏ ਆ, ਜਿਨ੍ਹਾਂ ਨੇ ਇਹ ਜਿਹੜਾ ਘੱਲੂਘਾਰਾ ਵਰਤਾਇਆ ਸੀ ਉਸ ਵੇਲੇ ਦੀ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਦੇ ਮੱਥੇ ਤੇ ਕਲੰਕ ਆ, ਉਹਨੂੰ ਵੀ ਆਪਣੀ ਜਾਨ ਗਵਾਉਣੀ ਪਈ ਇਸ ਦੇ ਵਿੱਚ। ਇਹ ਸਾਡਾ ਮੈਂ ਸਮਝਦਾ ਇੱਕ ਐਸਾ ਜ਼ਖਮ ਆ ਜਿਹੜਾ ਦੁਬਾਰਾ ਫਿਰ 6 ਜੂਨ ਨੂੰ ਹਰਾ ਹੋ ਜਾਂਦਾ ਹੈ। ਤੇ ਇਹ ਜਿਹੜਾ ਦਰਦ ਆ ਸਾਨੂੰ ਹਮੇਸ਼ਾ ਹੀ ਸਾਡੇ ਮਨ ਵਿੱਚ ਰਹੇਗਾ ਕਿ ਸਾਡੇ ਨਾਲ ਇਸ ਤਰੀਕੇ ਨਾਲ ਜਿਹੜਾ ਸੀਗਾ ਵਰਤਾਇਆ ਗਿਆ, ਤੋਪਾਂ ਟੈਂਕਾਂ ਨਾਲ ਸਾਡੇ ਤਖਤ ਤੇ, ਸਾਡੇ ਕੇਂਦਰੀ ਸਥਾਨ ਤੇ ਔਰ ਲੱਖਾਂ ਹਜ਼ਾਰਾਂ ਸ਼ਰਧਾਲੂਆਂ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ, ਬਹੁਤ ਵੱਡਾ ਦਿਖਾਂਤ। ਔਰ ਜਿਹੜੇ ਸ਼ਰਧਾਲੂ ਦਰਸ਼ਨ ਕਰਨ ਆਏ ਗੋਲੀਆਂ ਬੰਬਾਂ ਨਾਲ ਉਡਾ ਦਿੱਤੇ ਗਏ, ਅਸੀਂ ਉਹਨਾਂ ਨੂੰ ਵੀ ਨਤਮਸਤਕ ਹਾਂ। ਤੇ ਉਹ ਭਾਰਤ ਸਰਕਾਰ ਦੇ, ਇੰਦਰਾ ਗਾਂਧੀ ਔਰ ਉਹਦੀ ਸਰਕਾਰ ਦੇ ਮੱਥੇ ਤੇ ਕਲੰਕ ਲੱਗਾ ਵੱਡਾ। ਔਰ ਜਿਹੜੇ ਯੋਧਿਆਂ ਨੇ, ਚਾਹੇ ਉਹ ਸੰਤ ਜਰਨੈਲ ਸਿੰਘ ਖਾਲਸਾ, ਚਾਹੇ ਉਹਨਾਂ ਦੇ ਸਾਥੀ ਜਰਨਲ ਸਵੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਬਾਕੀ ਜਿਹੜੀ ਉਹਨਾਂ ਬਹਾਦਰੀ ਨਾਲ ਲੜਾਈ ਲੜੀ ਗੁਰਧਾਮਾਂ ਦੇ ਆਣ ਛਾਣ ਲਈ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਨਤਮਸਤਕ ਹਾਂ। 11 ਮੈਂਬਰੀ ਕਮੇਟੀ ਬਣਾਈ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ, ਤੇ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੇ ਮੈਂਬਰ ਪਾਏ ਗਏ, ਸੁਖਬੀਰ ਸਿੰਘ ਬਾਦਲ ਨੂੰ ਵਿੱਚ ਸ਼ਾਮਲ ਕੀਤਾ ਗਿਆ, ਜਿਹੜੇ ਹਮੇਸ਼ਾ ਹੀ ਜਿਹੜੇ ਬੰਦੀ ਸਿੰਘ ਸੀ ਉਹਨਾਂ ਦੇ ਨਾਲ ਜਿਹੜੇ ਬਰਖਲਾਫ ਰਹੇ, ਤੇ ਅੱਜ ਉਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਉਹਦੀ ਰਿਹਾਈ ਦੀ ਗੱਲ ਕੀਤੀ ਜਾਵੇ। ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਅਸਰ ਹੋਇਆ ਉਹ ਤੁਹਾਡੇ ਸਾਹਮਣੇ, ਉਹਦੀ ਸਿਆਸੀ ਜ਼ਮੀਨ ਪੈਰਾਂ ਥੱਲਿਓਂ ਖਿਸਕ ਚੁੱਕੀ ਆ, ਕੰਧਾਂ 'ਚ ਵੱਜਦਾ ਫਿਰ ਰਿਹਾ। ਔਰ ਉਹਨੂੰ ਮੁੜ ਸਰਵਾਈਵ ਕਰਨ ਵਾਸਤੇ ਬੰਦੀ ਸਿੰਘਾਂ ਦੇ ਨਾਂ ਤੇ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਨੇ ਇਹ ਕਾਰਜ ਆਰੰਭਿਆ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਬੰਦੀ ਸਿੰਘਾਂ ਵਾਸਤੇ ਸੁਹਿਰਦ ਆ, ਪਰ ਅਸੀਂ ਇਹ ਸਮਝ ਕੇ ਆਏ ਸੀ ਕਿ ਉਹ ਬੰਦੀ ਸਿੰਘਾਂ ਵਾਸਤੇ ਸੁਹਿਰਦ ਨੇ। ਉਹਨਾਂ ਆਵਾਜ਼ ਮਾਰੀ, ਅਸੀਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਵੀ ਆਏ, ਉਹਨਾਂ ਕਮੇਟੀ 'ਚ ਸਾਨੂੰ ਬਿਨਾਂ ਪੁੱਛੇ ਪਾਇਆ, ਸਾਨੂੰ ਪੁੱਛਿਆ ਨਹੀਂ, ਉਹਨਾਂ ਨੇ ਬਿਨਾਂ ਪੁੱਛੇ ਪਾਇਆ, ਸੱਦਾ ਦਿੱਤਾ, ਸੀ ਫਿਰ ਆਏ। ਜਿਹੜੇ ਸੁਝਾਅ ਸੀ ਉਹ ਵੀ ਦਿੱਤੇ, ਇਤਰਾਜ਼ ਵੀ ਦਿੱਤਾ ਪਹਿਲੀ ਮੀਟਿੰਗ ਦੇ ਅੰਦਰ ਕਿ ਜਿਨ੍ਹਾਂ ਨੇ ਬੰਦੀ ਬਣਾਏ ਆ ਉਹ ਇਸ ਕਮੇਟੀ 'ਚ ਕਿਵੇਂ। ਬਾਪੂ ਸੂਰਤ ਸਿੰਘ ਨੂੰ ਬੰਦੀ ਕਿਹਨੇ ਬਣਾਇਆ 2015 'ਚ? ਅੱਜ ਤੱਕ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਬਾਪੂ ਸੂਰਤ ਸਿੰਘ ਹੱਡੀਆਂ ਦੀ ਮੁੱਠ ਰਹਿ ਗਿਆ, ਉਹ ਬੰਦੀਆਂ ਦੀ ਰਿਹਾਈ ਮੰਗ ਰਿਹਾ ਸੀ। ਉਸ ਵੇਲੇ ਤਾਂ ਸਰਦਾਰ ਬਾਦਲ ਸਾਹਿਬ ਕਹਿੰਦੇ ਸੀ ਇਹ ਜਿਹੜੇ ਬੰਦੀ ਸਿੰਘ ਇਹ ਕਾਤਲ ਨੇ, ਇਹ ਅੱਤਵਾਦੀ ਨੇ, ਕੌਮ ਦੀ ਅਗਵਾਈ ਨਹੀਂ ਕਰ ਸਕਦੇ। ਅੱਜ ਉਹਨਾਂ ਨੂੰ ਹਮਦਰਦੀ ਕਿੱਥੋਂ ਜਾਗ ਪਈ ਕਿ ਉਹ ਬੰਦੀਆਂ ਦੇ ਨਾਂ 'ਤੇ ਮੁੜ ਪੰਥ 'ਚ ਸਰਵਾਈਵ ਹੋਣਾ ਚਾਹੁੰਦੇ ਆ, ਜਿਹਨੂੰ ਪੰਥ ਬਿਲਕੁਲ ਬਰਦਾਸ਼ਤ ਨਹੀਂ ਕਰਦਾ। ਮੈਂ ਸਰਦਾਰ ਧਾਮੀ ਸਾਹਿਬ ਨੂੰ ਪੁਰਜ਼ੋਰ ਨਿਮਰਤਾ ਸਹਿਤ ਅਪੀਲ ਕਰਦਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਹਿਰਦ ਹੋਣ। 11 ਮੈਂਬਰੀ ਕਮੇਟੀ 'ਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰਨ। ਉਹ ਖੁਦ ਹੈਗੇ ਅਕਾਲੀ ਦਲ ਦੇ ਨੁਮਾਇੰਦੇ ਵਿੱਚ, ਨਹੀਂ ਤਾਂ ABC ਕਿਸੇ ਨੂੰ ਵੀ ਪਾਇਆ ਜਾ ਸਕਦਾ। ਜਾਂ ਸੁਖਬੀਰ ਸਿੰਘ ਬਾਦਲ ਦੱਸਣ ਵੀ ਉਹਨਾਂ ਦੀ ਪਾਰਟੀ 'ਚ ਕੋਈ ਸਿਆਣਾ ਆਗੂ ਹੀ ਨਹੀਂ ਹੈਗਾ ਜਿਹੜਾ ਇਸ ਕਮੇਟੀ 'ਚ ਪੈ ਸਕਦਾ। ਇਸ ਕਾਰਨ ਕਰਕੇ ਸਰਦਾਰ ਧਾਮੀ ਸਾਹਿਬ ਦੀ ਵੱਡੀ ਜ਼ਿੰਮੇਵਾਰੀ ਬਣਦੀ ਵੀ ਜੇ ਵਾਕਿਆ ਹੀ ਬੰਦੀ ਸਿੰਘਾਂ ਵਾਸਤੇ ਸੁਹਿਰਦ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰਕੇ ਅੱਗੇ ਜਿਹੜਾ ਕੰਮ ਆ ਉਹਨੂੰ ਆਰੰਭਣ। ਜੇਕਰ ਉਹ ਕੇਵਲ ਬਾਦਲ ਪਰਿਵਾਰ ਨੂੰ ਹੀ ਪੌਲਿਸ਼ ਮਾਰਨੀ ਚਾਹੁੰਦੇ ਆ ਤੇ ਉਹਨੂੰ ਪੰਥ ਤੇ ਕੌਮ ਪ੍ਰਵਾਨ ਨਹੀਂ ਕਰਦੀ। ਜਦੋਂ ਸੈਂਟਰ 'ਚ ਸਰਕਾਰ ਸੀ, ਚੋਣਾਂ ਦੇ ਵਿੱਚ, ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਕਮਲਜੀਤ ਕੌਰ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਟਿਕਟ ਦਿੱਤੀ ਗਈ ਹੈ ਔਰ ਸਾਂਝੇ ਉਮੀਦਵਾਰ ਐਲਾਨਿਆ ਗਿਆ। ਲੱਗਦਾ ਹੈ ਕਿ ਕੌਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਬਿਲਕੁਲ, ਇਹ ਤਾਂ ਸਾਰਾ ਕੁਝ ਸਾਹਮਣੇ ਆ ਗਿਆ। ਸਾਂਝੇ ਕਿਸ ਤਰ੍ਹਾਂ ਹੋ ਸਕਦੇ? ਸਾਂਝੇ ਤਾਂ ਹੁੰਦੇ ਜੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਫੈਸਲਾ ਲਿਆ ਜਾਂਦਾ। ਸੁਖਬੀਰ ਸਿੰਘ ਬਾਦਲ ਅੱਜ ਇਸ ਹਾਲਾਤ 'ਚ ਆ ਕਿ ਉਹਨਾਂ ਕੋਲੇ ਕੈਂਡੀਡੇਟ ਹੀ ਨਹੀਂ ਹੈਗਾ ਉਹਨਾਂ ਦੀ ਪਾਰਟੀ 'ਚ। ਉਹਨਾਂ ਨੂੰ ਲੱਗਿਆ ਕਿ ਸੰਗਰੂਰ ਤੋਂ ਕੋਈ ਚੋਣ ਲੜ ਸਕੇ। ਇਸ ਕਾਰਨ ਕਰਕੇ ਉਹ ਸਰਦਾਰ ਮਾਨ ਸਾਹਿਬ ਕੋਲੇ ਗਏ। ਮਾਨ ਸਾਹਿਬ ਨਹੀਂ ਮੰਨੇ ਉਹਨਾਂ ਦੀ ਗੱਲ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਸਰਦਾਰ ਮਾਨ ਸਾਹਿਬ ਦੀ ਕੱਥੂ ਨੰਗਲ ਪੱਗ ਲਾਈ ਸੀ, ਤੇ ਪੱਗ ਕੇਵਲ ਸਰਦਾਰ ਮਾਨ ਦੀ ਨਹੀਂ ਕੌਮ ਦੀ ਲਾਈ ਸੀ। ਚੁਰਾਹੇ 'ਚ ਪੱਗ ਲਾਈ, ਜਿਹੜਾ ਬੇਅਦਬੀ ਕਾਂਡ ਵਾਪਰਿਆ ਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ। ਸਰਦਾਰ ਮਾਨ ਸਾਹਿਬ ਇਹ ਭੁੱਲ ਸਕਦੇ ਆ?
ਇਹ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਜਥੇਦਾਰਾਂ ਨੂੰ ਚੌਕੀਦਾਰਾਂ ਵਾਂਗੂ ਵਰਤਿਆ ਭੁੱਲਿਆ ਜਾ ਸਕਦਾ? ਜਿਵੇਂ ਸ਼੍ਰੋਮਣੀ ਸੰਸਥਾਵਾਂ ਨੂੰ ਰਖੇਲਾਂ ਬਣਾ ਲਿਆ ਇਹ ਭੁੱਲਿਆ ਜਾ ਸਕਦਾ? ਜੋ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਹਸਰ ਬਾਦਲ ਪਰਿਵਾਰ ਦੀ ਛਤਰ ਛਾਇਆ 'ਚ ਹੋਇਆ, ਇਹਨੂੰ ਕੌਮ ਭੁੱਲ ਸਕਦੀ ਆ? 328 ਸਰੂਪ ਗੁੰਮ ਹੋਏ, ਅੱਜ ਤੱਕ ਜਵਾਬ ਦਿੱਤਾ? ਇਨਸਾਫ ਮੰਗਦੇ ਸਿੱਖ ਗੋਲੀਆਂ ਮਾਰ ਦਿੱਤੇ, ਜਵਾਬ ਦਿੱਤਾ? ਸਿੱਖਾਂ ਦਾ ਕਾਤਲ ਡੀਜੀਪੀ ਸਮੇਤ ਸੈਣੀ ਲਾ ਦਿੱਤਾ, ਜਵਾਬ ਦਿੱਤਾ? ਅੱਜ ਤੱਕ ਇਜ਼ਰਾ ਆਲਮ ਅਕਾਲੀ ਦਲ 'ਚ ਸ਼ਾਮਲ ਕਰ ਲਿਆ, ਜਵਾਬ ਦਿੱਤਾ? ਜਿਹਦੇ ਗੁਨਾਹ ਏਡੇ ਵੱਡੇ ਆ ਪੰਥ ਤੇ ਪੰਜਾਬ ਨੂੰ ਜਿਹਨੇ ਘਾਣ ਕੀਤਾ, ਉਹ ਇਹ ਕਮੇਟੀ 'ਚ ਕਿਵੇਂ ਰਹਿ ਸਕਦਾ? ਸਰਦਾਰ ਧਾਮੀ ਸਾਹਿਬ ਨੂੰ ਚਾਹੀਦਾ ਕਿ ਉਹਨੂੰ ਕਮੇਟੀ 'ਚੋਂ ਬਾਹਰ ਕਰਨ, ਔਰ ਜਿਹੜਾ ਉਹਨਾਂ ਪੰਥ 'ਚ ਦਬਾੜ ਪਾਉਣ ਦੀ ਕੋਸ਼ਿਸ਼, ਸਰਦਾਰ ਮਾਨ ਸਾਹਿਬ ਨਹੀਂ ਮੰਨੇ ਤੇ ਉਹਨਾਂ ਨੇ ਬੀਬੀ ਕਮਲਜੀਤ ਕੌਰ ਨੂੰ ਰਾਜੀ ਕਰ ਲਿਆ। ਬੀਬੀ ਕਮਲਜੀਤ ਕੌਰ ਜੀ ਨੂੰ ਵੀ ਦੇਖਣਾ ਚਾਹੀਦਾ ਸੀ। ਮੈਨੂੰ ਕੱਲ੍ਹ ਉਹਨਾਂ ਦਾ ਫੋਨ ਆਇਆ ਸੀਗਾ ਹਮਾਇਤ ਵਾਸਤੇ ਬੀਬੀ ਕਮਲਜੀਤ ਕੌਰ ਦਾ। ਮੈਂ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਕਥਾ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮਦਦ ਵਾਸਤੇ। ਮੇਰਾ ਵੀ ਮਨ ਚਾਹੁੰਦਾ, ਪਰ ਅੱਗੇ ਰੁਕਾਵਟ ਵੱਡੀ ਆ। ਮੈਂ ਉਹਨਾਂ ਨੂੰ ਬੇਨਤੀ ਅਪੀਲ ਕੀਤੀ ਸੀ, ਮੈਂ ਕਿਹਾ ਬੀਬਾ ਜੀ ਤੁਸੀਂ ਕੌਮ ਦੇ ਸਾਂਝੇ ਉਮੀਦਵਾਰ ਬਣਦੇ, ਤੁਸੀਂ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਨਾ ਬਣਦੇ, ਤੁਸੀਂ ਸਾਰੀ ਕੌਮ ਦੇ ਸਾਂਝੇ ਆਜ਼ਾਦ ਖੜਦੇ, ਸਾਰੀ ਕੌਮ ਤੁਹਾਡੀ ਮਦਦ ਕਰਦੀ। ਕਿਉਂਕਿ ਸਾਡੇ ਲਈ ਸਾਰੇ ਬੰਦੀ ਸਿੰਘ ਬਰਾਬਰ ਆ, ਚਾਹੇ ਜਥੇਦਾਰ ਹਵਾਰਾ ਸਾਹਿਬ ਨੇ, ਚਾਹੇ ਰਾਜੋਆਣਾ ਸਾਹਿਬ ਨੇ, ਚਾਹੇ ਬਾਕੀ ਸਿੰਘ ਨੇ, ਚਾਹੇ ਉਹ ਭਾਈ ਭਿਓਰਾ ਨੇ, ਚਾਹੇ ਭਾਈ ਤਾਰਾ ਨੇ, ਚਾਹੇ ਉਹ ਭਾਈ ਗੁਰਮੀਤ ਸਿੰਘ ਆ, ਸ਼ਮਸ਼ੇਰ ਸਿੰਘ ਆ, ਲਖਵਿੰਦਰ ਸਿੰਘ ਆ, ਸਾਰੇ ਸਿੰਘ ਜਿਹੜੇ ਆ ਬੰਦੀ ਸਿੰਘ, ਚਾਹੇ ਉਹ ਪ੍ਰੋਫੈਸਰ ਭੁੱਲਰ ਆ, ਗੁਰਦੀਪ ਸਿੰਘ ਖੈੜਾ ਵਾ, ਸਾਡੇ ਲਈ ਸਾਰੇ ਸਤਿਕਾਰਯੋਗ ਆ ਤੇ ਅਸੀਂ ਉਹਨਾਂ ਦੀ ਬਰਾਬਰ ਪੈਰਵਾਈ ਕਰਕੇ ਉਹਨਾਂ ਨੂੰ ਰਿਹਾ ਕਰਾਉਣਾ ਚਾਹੁੰਦੇ। ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਜੇਲ੍ਹਾਂ 'ਚ ਨਜ਼ਰ ਬੰਨ੍ਹਦੇ, ਮਨੁੱਖੀ ਅਧਿਕਾਰਾਂ ਦਾ ਘਾਣ ਆ, ਹਿਊਮਨ ਰਾਈਟ ਦਾ ਘਾਣ ਆ। ਤਾਂ ਹੀ ਅਸੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ, ਸੰਬੰਧਿਤ ਸਰਕਾਰਾਂ ਨੂੰ, ਮੁੱਖ ਮੰਤਰੀਆਂ ਨੂੰ ਅਪੀਲ ਕੀਤੀ, ਗ੍ਰਹਿ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਕਿ ਇਹਨਾਂ ਦਾ ਹੱਕ ਬਣਦਾ ਰਿਹਾਈਆਂ ਦਾ। 25-25 30-30 ਸਾਲ ਹੋ ਗਏ, ਉਮਰ ਕੈਦ ਵੀ 20 ਸਾਲਾਂ ਵਾਲੀ 14 ਸਾਲਾਂ 'ਚ ਮੁੱਕ ਜਾਂਦੀ ਆ। ਇਹਨਾਂ ਨੂੰ 25-25 30-30 ਸਾਲ ਹੋ ਗਏ, ਇਹਨਾਂ ਨੂੰ ਰਿਹਾ ਕੀਤਾ ਜਾਵੇ। ਅਸੀਂ ਸਾਰੇ ਬੰਦੀ ਸਿੰਘਾਂ ਵਾਸਤੇ ਆਵਾਜ਼ ਬੁਲੰਦ ਕਰਦੇ ਹਾਂ। ਸਾਨੂੰ ਬੜੀ ਹਮਦਰਦੀ ਆ ਬੀਬਾ ਕਮਲਜੀਤ ਕੌਰ ਜੀ ਦੇ ਨਾਲ, ਪਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਕੈਂਡੀਡੇਟ ਨਹੀਂ ਸੀ ਬਣਨਾ। ਸਾਂਝਾ ਉਮੀਦਵਾਰ ਉਹਨਾਂ ਨੂੰ ਤਾਂ ਕਿਹਾ ਜਾ ਸਕਦਾ ਜੇਕਰ ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੂੰ ਉਮੀਦਵਾਰ ਐਲਾਨਦੀਆਂ। ਉਹ ਤਾਂ ਸੁਖਬੀਰ ਸਿੰਘ ਬਾਦਲ ਕੋਲੇ ਕੋਈ ਕੈਂਡੀਡੇਟ ਨਹੀਂ ਸੀਗਾ, ਉਹ ਬੰਦੀ ਸਿੰਘਾਂ ਦੇ ਨਾਂ ਤੇ ਰਾਜਨੀਤੀ ਕਰਨਾ ਚਾਹੁੰਦਾ ਕਿ ਮੈਂ ਪੰਥ ਦੇ ਵਿੱਚ ਸਰਵਾਈਵ ਹੋ ਜਾਂ। ਜਿਹਨੂੰ ਪੰਥ ਪ੍ਰਵਾਨ ਨਹੀਂ ਕਰਦਾ ਉਹ ਸਰਦਾਰ ਮਾਨ ਸਾਹਿਬ ਕੋਲੇ ਗਏ। ਜਦੋਂ ਸਰਦਾਰ ਮਾਨ ਸਾਹਿਬ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਕਿਸੇ ਬੰਦੀ ਸਿੰਘ ਨੂੰ ਲਾ ਕੇ ਆਓ, SGPC ਦਾ ਪ੍ਰਧਾਨ ਕਿਸੇ ਬੰਦੀ ਸਿੰਘ ਨੂੰ ਲਾ ਕੇ ਆਓ, ਤਾਂ ਫਿਰ ਸੁਖਬੀਰ ਸਿੰਘ ਬਾਦਲ ਨੇ ਦੇਖਿਆ ਕਿ ਹੁਣ ਜਿਹੜਾ ਹੈਗਾ ਇੱਧਰ ਤਾਂ ਸਾਡਾ ਜਿਹੜਾ ਹੈਗਾ ਉਹ ਚਲਾਕੀ ਨਹੀਂ ਚੱਲਣੀ, ਤਾਂ ਉਹਨਾਂ ਨੇ ਬੀਬਾ ਕਮਲਜੀਤ ਕੌਰ ਨੂੰ ਗੁੰਮਰਾਹ ਕਰ ਲਿਆ, ਵਰਗਲਾ ਲਿਆ। ਮੈਂ ਸਮਝਦਾ ਕਿ ਬੀਬਾ ਕਮਲਜੀਤ ਕੌਰ ਨੂੰ ਜਿਹੜਾ ਹੈਗਾ ਉਹ ਪਛਾਣਨੀ ਚਾਹੀਦੀ ਆ, ਉਹਨਾਂ ਦੀ ਚਲਾਕੀ ਰਾਜਨੀਤੀ। ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਪੰਥ ਨੂੰ ਦਫਾੜ ਕੀਤਾ ਵਾ ਇਸ ਗੱਲ ਦੇ ਉੱਤੇ। ਹੁਣ ਸੰਗਰੂਰ ਦੇ ਲੋਕਾਂ ਨੇ ਫੈਸਲਾ ਲੈਣਾ ਆਪਣੀ ਸਿਆਣਪ ਦੇ ਨਾਲ ਕਿ ਉਹਨਾਂ ਦਾ ਕੇਸ ਜਿਹੜਾ ਕਿਹੜੀ ਪਾਰਟੀ ਜਾਂ ਕਿਹੜਾ ਬੰਦਾ ਜਾਂ ਕਿਹੜਾ ਜਿਹੜਾ ਕੈਂਡੀਡੇਟ ਆ ਉਹ ਪਾਰਲੀਮੈਂਟ 'ਚ ਸਹੀ ਤਰੀਕੇ ਨਾਲ ਪੇਸ਼ ਕਰ ਸਕਦਾ। ਸੰਗਰੂਰ ਦੇ ਮਸਲੇ, ਪੰਥ ਤੇ ਪੰਜਾਬ ਦੇ ਮਸਲੇ ਸਹੀ ਤਰੀਕੇ ਦੇ ਨਾਲ ਕੌਣ ਪੇਸ਼ ਕਰ ਸਕਦਾ, ਕਿਹਦੀ ਕੁਰਬਾਨੀ ਆ, ਕਿਹਦੇ ਕੋਲੇ ਯੋਗਤਾ ਵਾ, ਇਹ ਹੁਣ ਸੰਗਰੂਰ ਦੇ ਲੋਕਾਂ ਨੇ ਦੇਖਣਾ ਵਾ। ਪਰ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਕਿ ਉਹ ਹਮੇਸ਼ਾ ਜਿਵੇਂ ਪੰਥ ਨਾਲ ਧਰੋਹ ਕਮਾਉਂਦਾ ਆਇਆ, ਮੈਂ ਸਮਝਦਾ ਕਿ ਇਹ ਵੀ ਪੰਥ ਨਾਲ ਧਰੋਹ ਕਮਾਇਆ ਕਿ ਉਹਨੇ ਪੰਥ ਨੂੰ ਦਬਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਸਰਦਾਰ ਮਾਨ ਸਾਹਿਬ ਉੱਥੇ ਕੈਂਡੀਡੇਟ ਸੀਗੇ ਤਾਂ ਫਿਰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਸੀ, ਜਾਂ ਉਹਨਾਂ ਨੂੰ ਭਰੋਸੇ 'ਚ ਲੈਂਦੇ, ਸਾਰੀ ਕੌਮ ਨੂੰ, ਜਥੇਬੰਦੀਆਂ ਨੂੰ ਭਰੋਸੇ 'ਚ ਲੈਂਦੇ। ਉਹਨਾਂ ਨੇ ਤੇ ਆਪਣਾ ਉਮੀਦਵਾਰ ਖੜਾ ਕਰਕੇ ਆਪੇ ਨੇ ਸਿੰਬਲ ਤੇ ਕਹਿ ਦਿੱਤਾ ਇਹ ਪੰਥ ਦਾ ਸਾਂਝਾ ਉਮੀਦਵਾਰ ਆ, ਜਦੋਂ ਸਾਂਝਾ ਤਾਂ ਸੁਖਬੀਰ ਸਿੰਘ ਬਾਦਲ ਹੀ ਨਹੀਂ ਹੈਗਾ। ਸਾਰਾ ਪੰਥ ਉਹਨੂੰ ਗੁਨਾਹਗਾਰ ਮੰਨਦਾ ਕਿ ਉਹਨੇ ਜਿਸ ਤਰੀਕੇ ਨਾਲ ਪੰਥ ਤੇ ਪੰਜਾਬ ਦਾ ਘਾਣ ਕੀਤਾ, ਔਰ ਉਹ ਬੰਦੀਆਂ ਦੇ ਨਾਂ ਤੇ ਵੀ ਰਾਜਨੀਤੀ ਕਰ ਰਿਹਾ। ਕਿੰਨੇ ਚੜ੍ਹਦੀ ਕਲਾ ਵਾਲੇ ਸਿੰਘ ਸੀ ਸ਼੍ਰੋਮਣੀ ਅਕਾਲੀ ਦਲ 'ਚ ਜਿਨ੍ਹਾਂ ਨੇ ਜੋਧਪੁਰ ਕੱਟੀ ਆ, ਜਿਨ੍ਹਾਂ ਨੇ ਕਿੰਨਾ ਸੰਤਾਪ ਹੰਢਾਇਆ, ਜੇਲ੍ਹਾਂ ਕੱਟੀਆਂ। ਉਹਨਾਂ 'ਚੋਂ ਕੋਈ ਕੈਂਡੀਡੇਟ ਖੜਾ ਕਰਦੇ ਸਾਰੇ ਪੰਥ ਨਾਲ, ਕੌਮ ਨਾਲ ਰਲ ਕੇ, ਕਮੇਟੀ 'ਚ ਵੀ ਕੋਈ ਇਹੋ ਜਿਹਾ ਪਾਉਂਦੇ। ਸੁਖਬੀਰ ਸਿੰਘ ਬਾਦਲ ਨੇ ਪੰਥ ਲਈ ਇੱਕ ਦਿਨ ਜੇਲ੍ਹ ਕੱਟੀ ਆ, ਇੱਕ ਮੁਕੱਦਮਾ ਝੱਲਿਆ। ਸੁਖਬੀਰ ਸਿੰਘ ਬਾਦਲ ਦੇ ਕਦੇ ਉਂਗਲ ਚੀਚੀ ਤੇ ਵੀ ਕਦੇ ਝਰੀਟ ਆਈ ਆ ਪੰਥ ਵਾਸਤੇ। ਉਹ ਆਪਣੇ ਆਪ ਨੂੰ ਪੰਥ ਦਾ ਵਿਤਾਜ ਬਾਦਸ਼ਾਹ ਸਮਝਦਾ। ਉਹਨੂੰ ਪੰਥ ਪ੍ਰਵਾਨ ਨਾ ਕੱਲ੍ਹ ਕਰਦਾ ਸੀ, ਨਾ ਅੱਜ ਕਰਦਾ, ਨਾ ਆਉਣ ਵਾਲੇ ਸਮੇਂ 'ਚ ਕਰੂਗਾ। ਇਸ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਪੰਥ ਨੂੰ, ਕੌਮ ਨੂੰ, ਕਿ ਸੁਖਬੀਰ ਸਿੰਘ ਬਾਦਲ ਜਿਹੜੀ ਨੀਤੀ ਖੇਡ ਕੇ ਪੰਥ ਤੇ ਪੰਜਾਬ ਦਾ ਘਾਣ ਬਚਿਆ ਹੋਇਆ ਵੀ ਕਰਨਾ ਚਾਹੁੰਦਾ, ਉਹਦੇ ਤੋਂ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਤੇ ਬੀਬਾ ਕਮਲਜੀਤ ਕੌਰ ਭੈਣ ਨਾਲ ਸਾਨੂੰ ਹਮਦਰਦੀ ਆ, ਉਹਨਾਂ ਨੂੰ ਜ਼ਰੂਰ ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਦੇ ਵਿੱਚ ਫਸਣਾ ਨਹੀਂ ਚਾਹੀਦਾ। 11 ਸਾਲ ਹੋ ਗਏ ਚੋਣਾਂ ਨਹੀਂ ਹੋਈਆਂ ਹੈਗੀਆਂ ਗੁਰਦੁਆਰਾ
ਹਾਂਜੀ, ਚੋਣਾਂ ਨਹੀਂ ਹੋਈਆਂ 11 ਸਾਲ ਬਹੁਤੇ ਗੁਰਦੁਆਰਾ ਸਾਹਿਬ ਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਭਾਰਤ ਸਰਕਾਰ ਨੂੰ ਕਰਾਉਣੀਆਂ ਚਾਹੀਦੀਆਂ। ਸਾਰੀਆਂ ਜਥੇਬੰਦੀਆਂ ਲਿਖ ਕੇ ਦੇ ਚੁੱਕੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਲਿਖ ਕੇ ਦੇ ਰਹੀ, ਇਹਨਾਂ ਨੂੰ ਵੀ ਦੇਣਾ ਚਾਹੀਦਾ। ਮੈਨੂੰ ਲੱਗਦਾ ਜੀ ਹਾਰ ਦਾਂਗੇ ਤਾਂ ਵਿਧਾਨ ਸਭਾ ਦੀਆਂ ਚੋਣਾਂ 5 ਸਾਲ ਬਾਅਦ ਹੋ ਜਾਂਦੀਆਂ, ਪਾਰਲੀਮੈਂਟ ਦੀਆਂ ਚੋਣਾਂ 5 ਸਾਲ ਬਾਅਦ ਹੋ ਜਾਂਦੀਆਂ, ਸਰਪੰਚੀ ਦੀਆਂ ਚੋਣਾਂ ਵੀ। ਤੇ ਜੇ ਸਾਡੀ ਕੌਮ ਨੂੰ ਚੋਣਾਂ ਦੇ ਰਾਹ ਪਾਇਆ, ਸੰਵਿਧਾਨ ਅਨੁਸਾਰ ਚੋਣਾਂ ਹੁੰਦੀਆਂ ਨੇ, ਤਾਂ ਫਿਰ 5 ਸਾਲਾਂ ਬਾਅਦ ਕਿਉਂ ਨਹੀਂ? ਇਹ 5 ਸਾਲਾਂ ਬਾਅਦ ਕੌਮ ਨੂੰ ਜਿਹੜਾ ਹੈਗਾ ਉਹ ਹੱਕ ਹੋਣਾ ਚਾਹੀਦਾ ਕਿ ਉਹ ਚੁਣ ਕੇ ਸੇਵਾਦਾਰਾਂ ਨੂੰ, ਕਿਹਨਾਂ ਨੂੰ ਚੁਣਨਾ ਉਹਨਾਂ ਨੂੰ ਉਹ ਚੁਣ ਕੇ ਭੇਜ ਸਕਣ। ਬਰਗਾੜੀ ਕਾਂਡ ਵਾਪਰਿਆ ਦਾਦੂਵਾਲ ਜੀ, ਜਿਹੜੇ ਕੁਕਰ ਵਿਜੇ ਪ੍ਰਤਾਪ ਸਿੰਘ ਜੀ ਹੈੱਡ ਬਣਾਇਆ ਗਿਆ, ਬਾਦਲ ਪਰਿਵਾਰ ਦੇ ਖਿਲਾਫ ਉਹਨਾਂ ਨੇ ਚਾਰਜ ਸ਼ੀਟ ਜਿਹੜੀ ਉਹ ਦਾਖਲ ਕੀਤੀ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਆਪਣਾ ਜੋ ਸਾਰੀ ਰਿਪੋਰਟ ਪੇਸ਼ ਕੀਤੀ, ਪਰ ਇਸ ਦੇ ਬਾਵਜੂਦ ਵੀ ਸਰਕਾਰਾਂ ਕਾਂਗਰਸ ਦੀ ਆਈ, ਹੁਣ ਆਮ ਆਦਮੀ ਪਾਰਟੀ ਦੀ ਆਈ, ਪਰ ਕਦੇ ਵੀ ਜਿਹੜੀ ਆ ਕਾਰਵਾਈ ਨਹੀਂ ਹੋਈ ਉਹਨਾਂ ਦੇ ਖਿਲਾਫ। ਕੀ ਕਾਰਨ ਲੱਗਦਾ? ਦੇਖੋ, ਕਾਰਵਾਈ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ, ਕਿੱਡਾ ਵੱਡਾ ਅਫਸਰ ਹੋਵੇ, ਕਿੱਡਾ ਵੱਡਾ ਸਰਮਾਏਦਾਰ ਹੋਵੇ, ਸਿਆਸੀ ਲੀਡਰ ਹੋਵੇ, ਗੁਨਾਹਗਾਰ ਆ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਬੇਗੁਨਾਹ ਫੜਿਆ ਨਹੀਂ ਜਾਣਾ ਚਾਹੀਦਾ ਤੇ ਗੁਨਾਹਗਾਰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਚਾਹੇ ਉਹ ਕਿੱਡਾ ਲੀਡਰ ਹੋਵੇ, ਕਿੱਡਾ ਉਹ ਅਫਸਰ ਹੋਵੇ, ਕਿੱਡਾ ਸਰਮਾਏਦਾਰ ਹੋਵੇ। ਇਹਦੇ 'ਚ ਜੇ ਦੋਸ਼ੀ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਆ ਜਾਂ ਸੁਮੇਧ ਸੈਣੀ ਆ, ਜਿਹੜੇ ਵੀ ਦੋਸ਼ੀ ਆ, ਜੇ ਉਹਨਾਂ ਦੀ ਜਾਂਚ ਵਿੱਚ ਇਹਨਾਂ ਦੇ ਨਾਂ ਆਉਂਦੇ ਆ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੰਥ ਤੇ ਪੰਜਾਬ ਤਾਂ ਨਗਾੜੇ ਦੀ ਚੋੜ ਤੇ ਕਹਿ ਚੁੱਕਾ ਵੀ ਕੌਣ ਦੋਸ਼ੀ ਹੈ, ਕਿਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਛਤਰ ਛਾਇਆ ਦਿੱਤੀ, ਸੌਦਾ ਸਾਧ ਨੂੰ। ਹੁਣ ਤਾਂ ਜਿਹੜੀ ਸਿੱਟ ਆ SPS ਪਰਮਾਰ ਵਾਲੀ, ਜਿਹੜੀ 3 ਕੇਸਾਂ ਤੇ ਸੀ ਬਰਗਾੜੀ ਬੇਅਦਬੀ ਕਾਂਡ ਤੇ, ਕਿਉਂਕਿ 3 ਸਿੱਟਾਂ ਨੇ, ਇੱਕ ਬਾਈਬਲ ਕਾਂਡ ਦੀ ਸਿੱਟ ਆ, ਇੱਕ ਕੋਟਕਪੂਰੇ ਦੀ, ਵੱਖੋ ਵੱਖਰੇ ਕੇਸ ਆ। 3 ਜਿਹੜੇ ਬੇਅਦਬੀ ਵਾਲੇ ਕੇਸ ਸੀ ਉਹਨਾਂ ਦਾ ਚਲਾਨ SPS ਦੀ ਜਿਹੜੀ ਸਿੱਟ ਆ ਪਰਮਾਰ ਦੀ, ਜਿਹੜੇ ਇਸ ਵੇਲੇ ਲੁਧਿਆਣਾ ਰੇਂਜ IG ਆ, ਉਹਨਾਂ ਨੇ ਫਰੀਦਕੋਟ ਦੀ ਮਾਣਯੋਗ ਅਦਾਲਤ 'ਚ ਪੇਸ਼ ਕਰ ਦਿੱਤੀ ਤੇ ਉਹਦੇ 'ਚ ਮੁੱਖ ਮਾਸਟਰਮਾਈਂਡ ਸੌਦਾ ਸਾਧ ਨੂੰ ਦੱਸਿਆ। ਉਹਦੇ 3 ਜਿਹੜੇ ਗਾਂਹ ਸਪਾਸਲਾਰ ਉਹ ਭਗੌੜੇ ਆ, ਗਾਂਹ ਦੋਸ਼ੀ ਫੜੇ ਹੋਏ ਆ, ਜ਼ਮਾਨਤਾਂ ਤੇ ਬਾਹਰ ਆ। ਤਾਂ ਹੁਣ ਮਾਣਯੋਗ ਅਦਾਲਤ ਨੇ ਫੈਸਲਾ ਦੇਣਾ ਕਿ ਉਹਨੇ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਕੀ ਦੇਣੀ। ਪਰ ਜੇ ਨਾਲ ਹੀ ਪੰਜਾਬ ਸਰਕਾਰ ਪੈਰਵਾਈ ਕਰੇ ਕਿ ਉਸ ਦੋਸ਼ੀ ਰਾਮ ਰਹੀਮ ਨੂੰ ਵਾਰੰਟ ਤੇ ਪੰਜਾਬ ਲੈ ਕੇ ਆਵੇ, ਕਿਉਂਕਿ ਜੇਲ੍ਹ ਵਿੱਚ ਪੁੱਛਗਿੱਛ ਨਹੀਂ ਹੋ ਸਕਦੀ ਪੂਰੀ, ਉਹਨੂੰ ਪੰਜਾਬ ਲਿਆ ਕੇ ਕਿਸੇ CA ਸਟਾਫ 'ਚ ਮੁੱਦਾ ਪਾ ਕੇ ਉਹਦੇ ਪਟਾ ਫੇਰਿਆ ਜਾਵੇ ਤੇ ਉਹ ਕੱਲੀ ਗੱਲ ਦੱਸੂ ਕਿ ਉਹਨੇ ਕਿੱਦਾਂ ਸਰੂਪ ਚੋਰੀ ਕਰਵਾਏ, ਕਿਉਂ ਬਦਬੀ ਕਰਾਈ, ਕਿੰਨੇ ਉਹਨੂੰ ਬਚਾਇਆ, ਸੁਖਬੀਰ ਸਿੰਘ ਬਾਦਲ ਨਾਲ ਉਹਦੇ ਤਾਲੁਕਾਤ ਕੀ ਆ, ਦੋਸ਼ੀਆਂ ਨਾਲ ਤਾਲੁਕਾਤ ਬਾਕੀਆਂ ਨਾਲ ਕੀ ਆ, ਉਹ ਕੱਲਾ ਤਾਂ ਦੱਸੂ ਜੇ ਉਹਨੂੰ ਪੰਜਾਬ ਦੇ ਕਿਸੇ CA ਸਟਾਫ 'ਚ ਮੁੱਦਾ ਪਾ ਕੇ ਪਟਾ ਫੇਰਿਆ ਜਾਊਗਾ। ਜਿਸ ਤਰ੍ਹਾਂ ਆਮ ਲੋਕਾਂ ਦੇ ਨਾਲ ਇੰਟੈਰੋਗੇਸ਼ਨ ਕਰਦੇ ਆ, ਸਾਡੇ ਸਿੱਖ ਨੌਜਵਾਨਾਂ ਨੂੰ ਤੇ ਵਿਦੇਸ਼ਾਂ ਤੋਂ ਵੀ ਫੜ ਕੇ ਲਿਆ ਕੇ ਇੰਟੈਰੋਗੇਸ਼ਨ ਕਰਦੇ ਆ, ਤੇ ਸੌਦਾ ਸਾਧ ਦੇ ਨਾਲ ਏਡੀ ਤਰਫਦਾਰੀ ਕਿਉਂ ਹੋ ਰਹੀ ਆ? ਉਹ ਬਾਦਲ ਸਰਕਾਰ ਨੇ ਵੀ ਕੀਤੀ, ਕੈਪਟਨ ਸਰਕਾਰ ਨੇ ਵੀ ਕੀਤੀ ਤੇ ਹੁਣ ਭਗਵੰਤ ਮਾਨ ਸਰਕਾਰ ਵੀ ਕਰ ਰਹੀ ਆ। ਕੋਈ ਵੀ ਉਹਨੂੰ ਇੱਥੇ ਲਿਆ ਕੇ ਰਾਜੀ ਨਹੀਂ ਆ, ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਛੱਡ ਦਿੰਦੇ ਆ। ਜੇਕਰ ਹਾਈ ਕੋਰਟ ਨੇ ਉਹਦੇ ਵਾਰੰਟ ਨਹੀਂ ਦਿੱਤੇ, ਸੁਪਰੀਮ ਕੋਰਟ ਜਾਓ, ਸੁਪਰੀਮ ਕੋਰਟ ਤੋਂ ਲਓ ਕਿ ਇਹ ਦੋਸ਼ੀ ਆ। ਹੁਣ ਇੱਕ ਨੌਜਵਾਨ ਗਾਇਕ ਦੇ ਕਤਲ 'ਚ ਕਿਸੇ ਗੈਂਗਸਟਰ ਦਾ ਨਾਂ ਆ ਰਿਹਾ ਤੇ ਉਹਨੂੰ ਦਿੱਲੀ ਦੀ ਪੁਲਿਸ ਨੇ ਉਦੋਂ ਹੀ ਰਿਮਾਂਡ ਤੇ ਲਿਆ ਉੱਥੇ, ਤੇ ਜਦੋਂ ਇਹਦਾ ਨਾਂ ਆ ਰਿਹਾ, ਸਿੱਟ ਕਹਿ ਰਹੀ ਹੈ ਕਿ ਮਾਸਟਰ ਮਾਈਂਡ ਆ ਬਰਗਾੜੀ ਬੇਅਦਬੀ ਕਾਂਡ ਦਾ ਸੌਦਾ ਸਾਧ, ਤਾਂ ਫਿਰ ਸੁਪਰੀਮ ਕੋਰਟ ਤੋਂ ਉਹਦੇ ਵਾਰੰਟ ਲਏ ਜਾਣ, ਵਾਰੰਟ ਲੈ ਕੇ ਉਹਦੇ ਗ੍ਰਿਫਤਾਰੀ ਪ੍ਰੋਟੈਕਸ਼ਨ ਵਾਰੰਟ ਲੈ ਕੇ ਉਹਨੂੰ ਲਿਆਂਦਾ ਜਾਵੇ, ਪੰਜਾਬ ਦੇ ਅੰਦਰ ਉਹਦੀ ਪੁੱਛਗਿੱਛ ਹੋਵੇ, ਸਾਰੀ ਸੱਚਾਈ ਜਿਹੜੀ ਸਾਹਮਣੇ ਆਵੇ। ਪਰ ਮੈਂ ਸਮਝਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ, ਬਾਦਲ ਵੀ ਭੱਜਿਆ, ਕੈਪਟਨ ਵੀ ਭੱਜਿਆ, ਤੇ ਇਹ ਹੁਣ ਜਿਹੜਾ ਹੈ ਆਪਣਾ ਭਗਵੰਤ ਸਿੰਘ ਮਾਨ ਵੀ ਭੱਜ ਰਿਹਾ। ਸਮਾਂ ਟਪਾ ਰਹੇ, ਜਿਹੜਾ ਵੀ ਸੱਤਾ 'ਚ ਆ ਜਾਂਦਾ ਉਹ ਸਮਾਂ ਟਪਾਉਂਦਾ। ਪਰ ਬਰਗਾੜੀ ਬੇਅਦਬੀ ਕਾਂਡ ਤੇ ਜਿੰਨੇ ਵੀ ਰਾਜਨੀਤੀ ਕੀਤੀ ਉਹਦਾ ਰਿਹਾ ਕੱਖ ਨਹੀਂ ਆ ਤੇ ਰਹਿਣਾ ਵੀ ਕੱਖ ਨਹੀਂ ਆ। ਇਹ ਮਾਨ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ। ਇਹ ਜਥੇਦਾਰ ਦਾ ਹੁਕਮ ਨਹੀਂ ਆ, ਯਾਨੀ ਹਰਪ੍ਰੀਤ ਸਿੰਘ ਦਾ ਹੁਕਮ ਨਹੀਂ ਆ। ਮੀਡੀਆ ਦੇ ਵਿੱਚ ਮੈਂ ਸਮਝਦਾ ਇਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ, ਗਲਤ ਤੂਲ ਦਿੱਤੀ ਜਾ ਰਹੀ ਹੈ। ਇਹ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਹੈ, ਸਾਡੇ ਇਤਿਹਾਸ ਦਾ, ਗੁਰੂਆਂ ਦਾ ਫਲਸਫਾ ਵੀ ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ਇਹ ਮੁਰਾਗਿਆ ਸੁਣੋ ਹੈ ਪਿਆਰੇ, ਬਿਨਾਂ ਸ਼ਸਤਰ ਕੇਸੰਗ ਨਾ ਦੇਹੋਂ ਦਦਾਰੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰਧਾਰੀ ਬਣਾਇਆ। ਜਦੋਂ ਸ਼ਸਤਰਧਾਰੀ 5ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਨੇ ਬਣਾਇਆ, 4 ਜੰਗਾਂ ਲੜੀਆਂ, 4 ਜਿੱਤੀਆਂ। ਫਿਰ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ, 5 ਪਿਆਰੇ ਸਾਜੇ। ਫਿਰ ਦੁਸ਼ਮਣਾਂ ਨੂੰ ਕਦੇ ਨਾਦਰ ਕਦੇ ਅਬਦਾਲੀ ਆਉਂਦਾ ਸੀ, ਚੜ੍ਹ ਕੇ ਲੁੱਟ ਕੇ ਲੈ ਜਾਂਦਾ ਸੀ। ਇੱਥੋਂ ਖੂਨ ਪਸੀਨੇ ਦੀ ਕਮਾਈ ਬਹੂ ਬੇਟੀਆਂ ਦੇ ਡੋਲੇ ਬੰਨ੍ਹ ਕੇ ਲੈ ਜਾਂਦਾ, ਕੋਈ ਰਾਹ ਰੋਕਣ ਵਾਲਾ ਨਹੀਂ ਸੀ। ਤਾਂ ਖਾਲਸੇ ਨੇ ਉਹਨੂੰ ਐਸਾ ਸਬਕ ਸਿਖਾਇਆ, ਲੋਹੇ ਦੇ ਚਣੇ ਚਬਾ ਕੇ ਤੋਰਿਆ ਕਿ ਮੁੜ ਕੇ ਕਿਸੇ ਇਸ ਤਰ੍ਹਾਂ ਦੇ ਜਿਹੜੇ ਸੀ ਚੜ੍ਹ ਕੇ ਆਉਂਦੇ, ਉਹਨੇ ਭਾਰਤ ਵੱਲ ਮੂੰਹ ਨਹੀਂ ਕੀਤਾ, ਇਸ ਖਿੱਤੇ ਵੱਲ। ਤੇ ਜਿਹਨੇ ਕੀਤਾ
ਉਹਨੂੰ ਸਿੰਘਾਂ ਨੇ ਸੁੱਕਾ ਨਹੀਂ ਜਾਣ ਦਿੱਤਾ। ਹਥਿਆਰਬੰਦ ਗੁਰੂ ਨੇ ਬਣਾਇਆ, ਸ਼ਸਤਰਧਾਰੀ ਹਥਿਆਰ ਰੱਖ ਕੇ ਜ਼ਬਰ ਜ਼ੁਲਮ ਕਰਨਾ ਮਾੜੀ ਗੱਲ ਆ, ਕਿਸੇ ਦੀ ਪੱਤ ਲੁੱਟਣੀ, ਕਿਸੇ ਦਾ ਧਨ ਮਾਲ ਲੁੱਟਣਾ ਮਾੜੀ ਗੱਲ ਆ, ਪਰ ਗਊ ਗਰੀਬ ਦੀ ਰੱਖਿਆ ਵਾਸਤੇ ਸਵੈ ਰੱਖਿਆ ਵਾਲੀ ਸ਼ਸਤਰਧਾਰੀ ਸਾਨੂੰ ਗੁਰੂ ਨੇ ਬਣਾਇਆ। ਇਹ ਗਿਆਨੀ ਹਰਪ੍ਰੀਤ ਸਿੰਘ ਦਾ ਹੁਕਮ ਨਹੀਂ ਆ, ਇਹ ਗੁਰਬਾਣੀ ਗੁਰ ਇਤਿਹਾਸ ਦਾ ਫਲਸਫਾ, ਇਹਦੇ ਤੋਂ ਕਿਸੇ ਨੂੰ ਬਾਗੀ ਨਹੀਂ ਹੋਣਾ ਚਾਹੀਦਾ ਔਰ ਗੁਰੂ ਦੇ ਫਲਸਫੇ 'ਤੇ ਸਾਨੂੰ ਚੱਲਣਾ ਚਾਹੀਦਾ। ਮੈਂ ਤਾਂ ਸਮਝਦਾ ਕਿ ਜੇ ਹਥਿਆਰ ਏਡੇ ਮਾੜੇ ਆ ਫਿਰ ਸਰਕਾਰਾਂ ਲਾਇਸੈਂਸ ਕਿਉਂ ਬਣਾਉਂਦੀਆਂ ਨੇ ਹਥਿਆਰਾਂ ਦੇ? ਜੇ ਹਥਿਆਰ ਮਾੜੇ ਆ ਤਾਂ ਫਿਰ ਸਰਹੱਦਾਂ 'ਤੇ ਫੌਜੀ ਕਿਉਂ ਲੈ ਕੇ ਬੈਠੇ ਆ? ਉੱਥੇ ਧੂਫ ਦਿਖਾ ਦਿਓ ਤੇ ਅਗਰਬੱਤੀ ਉਹਨਾਂ ਦੇ ਹੱਥ 'ਚ ਫੜਾ ਦਿਓ ਵੀ ਸਰਹੱਦਾਂ ਦੀ ਰਾਖੀ ਕਰ ਲਓ, ਪਰ ਉੱਥੇ ਤਾਂ ਹਥਿਆਰ ਤੋਪਾਂ ਟੈਂਕ ਲੈ ਕੇ ਬੈਠੇ ਆ ਦੇਸ਼ ਦੀਆਂ ਸਰਹੱਦਾਂ 'ਤੇ। ਜੇ ਭਾਰਤ ਦੇਸ਼ ਦਾ ਜਵਾਨ ਸਾਰੀ ਰਾਤ ਹਥਿਆਰਬੰਦ ਹੋ ਕੇ ਸਰਹੱਦਾਂ 'ਤੇ ਜਾਗਦਾ ਤੇ ਸਾਰਾ ਦੇਸ਼ ਆਰਾਮ ਦੀ ਨੀਂਦਰ ਸੌਂਦਾ ਵਾ। ਜੇ ਉੱਥੇ ਧੂਫ ਦਿਖਾ ਦਿਓਗੇ ਫਿਰ ਦੇਸ਼ ਆਰਾਮ ਦੀ ਨੀਂਦਰ ਨਹੀਂ ਸੌਂ ਸਕਦਾ। ਇਸ ਕਰਕੇ ਸ਼ਸਤਰਧਾਰੀ ਗੁਰੂ ਨੇ ਬਣਾਇਆ ਵਾ, ਸਾਨੂੰ ਸ਼ਸਤਰਧਾਰੀ ਬਣਨਾ ਚਾਹੀਦਾ। ਸ਼ਸਤਰ ਹੋਣੇ ਹੀ ਸਹੀ ਹੱਥਾਂ 'ਚ, ਸੰਤਾਂ ਦੇ, ਗੁਰਸਿੱਖਾਂ ਦੇ, ਚੰਗੇ ਪੁਰਖਾਂ ਦੇ ਹੱਥਾਂ ਦੇ ਵਿੱਚ ਹੋਣੇ ਚਾਹੀਦੇ ਆ ਕਿ ਉਹ ਸਵੈ ਰੱਖਿਆ ਤੇ ਗਊ ਗਰੀਬ ਦੀ ਰੱਖਿਆ ਕਰਨਗੇ। ਇਹੀ ਸ਼ਸਤਰ ਜਦੋਂ ਜ਼ਾਲਮਾਂ ਦੇ, ਹਿਟਲਰ ਤੇ ਔਰੰਗਜ਼ੇਬ ਵਰਗਿਆਂ ਦੇ ਹੱਥ ਵਿੱਚ ਆਉਂਦੇ ਆ ਤੇ ਉਹ ਜ਼ਬਰ ਢਾਉਂਦੇ, ਜ਼ੁਲਮ ਢਾਉਂਦੇ ਆ। ਇਸ ਕਰਕੇ ਜਿਹੜੇ ਹਥਿਆਰ ਆ ਸ਼ਸਤਰਧਾਰੀ ਗੁਰੂ ਨੇ ਬਣਾਇਆ। ਗੁਰੂ ਨੇ ਕਿਹਾ ਕਿ ਅਸਕਰ ਪਾਨ ਖੰਡੋ ਖੜਗ ਤੁਬ ਤਬਰਿਆਰ ਤੀਰ, ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ। ਸਿੱਖ ਦੇ ਤੇ ਸ਼ਸਤਰ ਗੁਰੂ ਵੀ ਆ, ਸੰਤ ਦਾ ਗੁਰੂ ਸ਼ਸਤਰ ਤੇ ਸਿਪਾਹੀ ਦਾ ਗੁਰੂ ਜਿਹੜਾ ਹੈਗਾ ਉਹ ਹਥਿਆਰ ਆ। ਇੱਕ ਸ਼ਸਤਰ ਇੱਕ ਸ਼ਾਸਤਰ, ਗ੍ਰੰਥ ਸੰਤ ਦਾ ਗੁਰੂ ਆ ਤੇ ਸਿਪਾਹੀ ਦਾ ਗੁਰੂ ਸ਼ਸਤਰ ਆ। ਤਾਂ ਹੀ ਸਾਡੇ ਤਖਤਾਂ ਤੇ ਸ਼ਸਤਰ ਸੁਭਾਇਮਾਨ ਕੀਤੇ ਜਾਂਦੇ, ਪ੍ਰਕਾਸ਼ਮਾਨ ਕੀਤੇ ਜਾਂਦੇ। ਹਰ ਗੁਰੂ ਘਰ ਦੇ ਵਿੱਚ ਗੁਰੂ ਦੇ ਪ੍ਰਕਾਸ਼ ਅੱਗੇ ਆਪਣਾ ਤਲਵਾਰਾਂ, ਖੰਡੇ, ਤੀਰ, ਚੱਕਰ, ਉਹ ਸ਼ਸਤਰ ਸਜਾਏ ਜਾਂਦੇ ਆ ਕਿਉਂਕਿ ਸਿੱਖ ਸੰਤ ਸਿਪਾਹੀ ਆ, ਮੀਰੀ ਪੀਰੀ ਦਾ ਧਾਰਨੀ ਆ। ਇਸ ਕਰਕੇ ਜਿਹੜਾ ਸ਼ਸਤਰਧਾਰੀ ਗੁਰੂ ਨੇ ਬਣਾਇਆ ਸਾਨੂੰ, ਇਸ ਤੇ ਇੰਨਾ ਵਾਹ-ਵੇਲਾ ਨਹੀਂ ਹੋਣਾ ਚਾਹੀਦਾ। ਗੱਲ ਕਰੀਏ ਕਿ ਹਰਿਆਣਾ ਦੀ ਅਲੱਗ ਕਮੇਟੀ ਬਣਦੀ ਹੈ ਤਾਂ ਫਾਇਦਾ ਪਹੁੰਚੇਗਾ ਲੱਗਦਾ ਗੁਰੂ ਨੂੰ? ਇਹ ਤਾਂ ਛੱਡ ਦਲਜੀਤ ਸਿੰਘ ਦਾਦੂਵਾਲ ਨੇ ਗੱਲਾਂ ਬਾਤਾਂ ਕੀਤੀਆਂ, ਕਈਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਕੋਈ ਗੱਲਾਂ ਬਾਤਾਂ ਕੀਤੀਆਂ ਨੇ ਔਰ ਰਾਜੋਆਣਾ ਦੀ ਭੈਣ ਜੀ ਜੋ ਸੰਗਰੂਰ ਚੋਣਾਂ ਵਿੱਚ ਖੜੀਆਂ ਨੇ ਉਹਨਾਂ ਬਾਰੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਇਹ ਇੱਕ ਸਿਆਸੀ ਇੱਕ ਤਰੀਕਾ ਹੈ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਕੋਈ ਹੋਰ ਚਿਹਰਾ ਨਹੀਂ ਸੀ, ਇਸ ਕਰਕੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪੋਲੀਟੀਕਲ ਸਟੰਟ ਖੇਲਿਆ ਜਾ ਰਿਹਾ ਹੈ। ਸਾਫ਼ ਤੌਰ 'ਤੇ ਦਾਦੂਵਾਲ ਦਾ ਕਹਿਣਾ ਸੀ। ਕੈਮਰਾ ਪਰਸਨ ਛੋਟੀ ਦੇ ਨਾਲ ਔਨ 에ਅਰ ਧਰੂਪਦੀਪ ਸਿੰਘ, ਅੰਮ੍ਰਿਤਸਰ।